From the energy flow diagram, two things become clear. Firstly, flow of energy is unidirectional. Means praji ਜਿਹੜੀ એનર્ਜੀ ਪਲਾਂਟ ਤੋਂ ਇਹਦੇ ਤੱਕ ਚਲੀ ਗਈ ਉਹ ਵਾਪਸ ਨਹੀਂ ਆਉਣੀ, ਯੂਨੀਡਾਇਰੈਕਸ਼ਨ ਇੱਕ ਡਾਇਰੈਕਸ਼ਨ 'ਚ ਜਾਊਗੀ। ਇਹ ਨਹੀਂ ਹੈਗਾ ਕਿ ਗਰਾਸ ਤੋਂ ਵਾਪਸ ਪਲਾਂਟ ਨੂੰ ਮਿਲ ਜੂਗੀ। એનર્ਜੀ that is captured by autotroph does not revert back to the solar। ਜਿਹੜੀ ਪਲਾਂਟਸ ਨੇ ਸੂਰਜ ਤੋਂ ਲੈ ਲਈ ਉਹ ਵਾਪਸ ਸੂਰਜ ਤੱਕ ਨਹੀਂ ਜਾਊਗੀ, ਠੀਕ ਹੈ। ਇਸ ਤਰ੍ਹਾਂ ਜਿਹੜੀ ਹਾਰਬੀਵੋਰਸ ਚਲੀ ਗਈ ਉਹ ਵਾਪਸ ਆਟੋਟ੍ਰੋਫ 'ਚ ਨਹੀਂ ਜਾਣੀ। ਮੀਨਸ ਇਹ ਯੂਨੀਡਾਇਰੈਕਸ਼ਨ ਇੱਕ ਡਾਇਰੈਕਸ਼ਨ 'ਚ ਹੀ ਮੂਵ ਕਰਦੀ ਆ। ਸਨਲਾਈਟ ਸਨ ਪ੍ਰੋਡਿਊਸਰ 'ਚ ਆ ਗਈ, ਪ੍ਰੋਡਿਊਸਰ 'ਚੋਂ ਹਾਰਬੀਵੋਰਸ, ਕਾਰਨੀਵੋਰਸ, ਟੌਪ ਕਾਰਨੀਵੋਰਸ, ਇੱਕ ਡਾਇਰੈਕਸ਼ਨ 'ਚ ਹੀ ਮੂਵ ਕਰਦੀ ਆ, ਵਾਪਸ ਨਹੀਂ ਆਉਂਦੀ। Another interesting aspects of food chain is unknowingly some harmful chemicals enter our bodies through the food chain। ਹੁਣ ਇਹਦਾ ਇੱਕ ਹੋਰ ਸਾਡੇ ਕੋਲੇ ਇੱਕ ਕੀ ਹੈ, ਇੱਕ ਹੋਰ ਨਵਾਂ ਇੰਟਰਸਟਿੰਗ ਅਸਪੈਕਟਸ ਫੂਡ ਚੇਨ ਦਾ ਸਾਹਮਣੇ ਆਇਆ ਆ। ਉਹ ਕੀ ਆ ਕਿ ਇਸ ਫੂਡ ਚੇਨ ਰਾਹੀਂ ਸਾਡੀ ਬੋਡੀ ਦੇ ਵਿੱਚ ਹਾਰਮਫੁਲ ਕੈਮੀਕਲਸ ਐਂਟਰ ਹੋ ਰਹੇ ਨੇ। One of the reason is the use of several pesticides and other chemicals to protect our crops from diseases। ਇਹਦਾ ਮੇਨ ਰੀਜ਼ਨ ਕੀ ਆ ਕਿ ਅਸੀਂ ਆਪਣੀਆਂ ਕ੍ਰੌਪਸ ਨੂੰ ਡਿਜ਼ੀਜ਼ਸ ਤੋਂ ਬਚਾਉਣ ਲਈ ਉਹਨਾਂ 'ਤੇ ਪੈਸਟੀਸਾਈਡ ਅਤੇ ਕੈਮੀਕਲ ਦੀ ਸਪਰੇਅ ਕਰਦੇ ਆ। ਇਹ ਕੈਮੀਕਲਸ ਫਿਰ ਕੀ ਹੁੰਦੇ ਨੇ, ਵਾਸ਼ ਡਾਊਨ ਇਨਟੂ ਸੋਇਲ ਔਰ ਇਨਟੂ ਦਾ ਵਾਟਰ ਬੋਡੀਜ਼। ਮੀਂਹ ਪੈਂਦਾ ਜਦੋਂ ਅਸੀਂ ਇਰੀਗੇਸ਼ਨ ਕਰਦੇ ਹਾਂ, ਪਾਣੀ ਲਾਉਂਦੇ ਹਾਂ ਤਾਂ ਸੋਇਲ 'ਚ ਚਲੇ ਜਾਂਦੇ ਨੇ, ਜਾਂ ਫਿਰ ਉਹ ਵਾਟਰ ਬੋਡੀਜ਼ ਦੇ ਵਿੱਚ ਜਿਹੜੀਆਂ ਆਲੇ ਦੁਆਲੇ ਲੇਕਸ ਵਗੈਰਾ ਨੇ ਮੀਂਹ ਦੇ ਪਾਣੀ ਨਾਲ ਰੁੜ ਕੇ ਉੱਥੇ ਚਲੇ ਜਾਂਦੇ ਨੇ। ਕੁਛ ਉਹਦੇ ਵਿੱਚ ਸੋਇਲ 'ਚ ਮੈਕਸੀਮਮ ਜਾਂਦੇ ਨੇ, ਕਿਉਂਕਿ ਜਿਹੜੀ ਚੀਜ਼ ਕੋਲੇ ਆ ਪਹਿਲਾਂ ਉਹਦੇ 'ਚ ਹੀ ਐਬਜ਼ੋਰਬ ਹੋਊਗੀ। ਫਰੋਮ ਦਾ ਸੋਇਲ ਦੇ ਵਿੱਚੋਂ ਦੇ ਆਰ ਉੱਥੋਂ ਪਲਾਂਟਸ ਲੈ ਲੈਂਦੇ ਨੇ, ਠੀਕ ਆ, ਵਾਟਰ ਅਤੇ ਮਿਨਰਲਸ ਦੇ ਨਾਲ। ਐਂਡ ਫਰੋਮ ਦਾ ਵਾਟਰ ਬੋਡੀਜ਼ ਦੇ ਵਿੱਚੋਂ ਦੇਟ ਆਰ ਟੇਕਨ ਅਪ ਬਾਈ aquatic ਪਲਾਂਟਸ ਐਂਡ ਐਨੀਮਲਸ। ਜਿਹੜੇ ਪਾਣੀ 'ਚ ਚਲੇ ਗਏ ਉੱਥੋਂ aquatic ਪਲਾਂਟਸ ਅਤੇ ਐਨੀਮਲਸ ਨੇ ਲੈ ਲੈਣੇ ਨੇ, ਜਿਹੜੇ ਸੋਇਲ 'ਚ ਚਲੇ ਗਏ ਉੱਥੋਂ ਜਿਹੜਾ ਟਰਸਟੀਅਲ ਪਲਾਂਟ ਆ ਉਹਨੇ ਲੈ ਲੈਣੇ ਨੇ। ਦਿਸ ਇਜ਼ ਦ ਵਨ ਆਫ ਦ ਵੇ ਇਨ ਵਿਚ ਦੇ ਐਂਟਰ ਦਾ। ਹੁਣ ਉਹ ਸਾਡੀ ਫੂਡ ਚੇਨ 'ਚ ਐਂਟਰ ਹੋ ਗਏ, ਕਿਉਂ? ਕਿਉਂਕਿ ਉਹ ਫੂਡ ਅਸੀਂ ਖਾਣਾ। ਐਜ਼ ਦੀਜ਼ ਕੈਮੀਕਲਸ ਆਰ ਨੋਟ ਡੀਗ੍ਰੇਡੇਬਲ। ਇਹ ਕੈਮੀਕਲ ਕਦੇ ਖ਼ਤਮ ਨਹੀਂ ਹੁੰਦੇ, ਡੀਗ੍ਰੇਡੇਬਲ ਮੀਨਸ ਖ਼ਤਮ ਨਹੀਂ ਹੁੰਦੇ। ਦੇ ਗੈਟ ਕਮੂਲੇਟਡ, ਐਕਮੂਲੇਟਡ ਮੀਨਸ ਹੁੰਦਾ ਇਕੱਠੇ ਹੋਏ ਜਾਂਦੇ ਆ ਪ੍ਰੋਗਰੈਸਿਵਲੀ ਐਟ ਈਚ ਟ੍ਰੋਪਿਕ ਲੈਵਲ। ਹਰੇਕ ਟ੍ਰੋਪਿਕ ਲੈਵਲ 'ਤੇ ਉੱਤੇ ਇਕੱਠੇ ਹੋ ਗਏ ਪਲਾਂਟਸ, ਇਕੱਠੇ ਹੋ ਗਏ। ਇਸ ਤੋਂ ਬਾਅਦ ਇਹਦੇ ਇਕੱਠੇ ਹੋਏ ਹੋਏ ਗਾਹਾਂ ਚਲੇ ਗਏ, ਇੱਥੇ ਹੋਰ ਇਕੱਠੇ ਹੋ ਗਏ, ਇੱਥੇ ਹੋਰ ਇਕੱਠੇ ਹੋ ਗਏ। ਇਸ ਤਰ੍ਹਾਂ ਕਮੂਲੇਟ ਹੋਈ ਜਾਂਦੇ ਨੇ ਹਰੇਕ ਟ੍ਰੋਪਿਕ ਲੈਵਲ 'ਤੇ। ਐਜ਼ ਹਿਊਮਨ ਬੀਂਗ ਆਕੂਪਾਈ ਦਾ ਟੋਪ ਲੈਵਲ ਇਨ ਐਨੀ ਫੂਡ ਚੇਨ। ਅਤੇ ਅਸੀਂ ਹਮੇਸ਼ਾ ਟੋਪ ਲੈਵਲ 'ਤੇ ਆਉਂਦੇ ਹੋ ਤਾਂ ਮੈਕਸੀਮਮ ਕੰਸਨਟ੍ਰੇਸ਼ਨ ਆਫ ਦੀਜ਼ ਕੈਮੀਕਲਸ ਕਮੂਲੇਟਡ ਇਨ, ਸਾਡੀ ਬੋਡੀ ਦੇ ਵਿੱਚ ਇਹ ਕੈਮੀਕਲ ਮੈਕਸੀਮਮ ਇਕੱਠੇ ਹੋ ਰਹੇ ਨੇ। ਇਸ ਫਿਨੋਮੀਨਾ ਨੂੰ ਅਸੀਂ ਕਹਿੰਦੇ ਹਾਂ ਬਾਇਓਲੋਜੀਕਲ ਮੈਗਨੀਫਿਕੇਸ਼ਨ। ਦਿਸ ਕੁਐਸਚਨ ਆਸਕਡ ਮੈਨੀ ਟਾਈਮਸ, what is biological magnification? ਕੀ ਆ biological magnification? means accumulation of chemicals in our body। ਸਾਡੀ body ਦੇ ਵਿੱਚ chemicals ਦਾ ਇਕੱਠਾ ਹੋਣਾ। this is the reason why our food grain such as wheat, rice, vegetable, fruit and even meat contain very amount of pesticides। they cannot be even removed by washing। ਧੋਣ ਦੇ ਨਾਲ ਵੀ ਇਹ body ਚੋਂ ਬਾਹਰ ਨਹੀਂ ਨਿਕਲਦੇ, ਸਾਡੀ ਬੋਡੀ ਦੇ ਵਿੱਚ ਇਹ ਮੈਕਸੀਮਮ ਅਮਾਊਂਟ ਦੇ ਵਿੱਚ ਪਏ ਆ। ਇਹ ਕੁਐਸਚਨ ਵੀ ਇੰਪੋਰਟੈਂਟ ਆ, ਫੂਡ ਚੇਨ ਦਾ ਬਹੁਤ ਇੰਪੋਰਟੈਂਟ ਆ। ਫੂਡ ਚੇਨ ਦੇ ਵਿੱਚ ਆ ਤੁਹਾਡਾ 10% ਐਨਰਜੀ ਲਾ ਬਹੁਤ ਇੰਪੋਰਟੈਂਟ ਆ। ਸੋ ਨੈਕਸਟ ਵਨ ਇਜ਼ ਹਾਊ ਡੂ ਆਵਰ ਐਕਟੀਵਿਟੀ, ਸਾਡੀਆਂ ਐਕਟੀਵਿਟੀਜ਼ ਇਨਵਾਇਰਮੈਂਟ ਨੂੰ ਕਿਵੇਂ ਇਫੈਕਟ ਕਰਦੀਆਂ ਨੇ। ਤੁਸੀਂ ਆਪਣੀਆਂ ਐਕਟੀਵਿਟੀਜ਼ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਪਹੁੰਚਾਉਂਦੇ ਹੋ ਨਾ, ਕਿਸ ਤਰ੍ਹਾਂ? ਹੁਣ ਉਹ ਅੱਗੇ ਦੱਸਦਾ ਆ, ਕਹਿੰਦਾ ਕਲਾਸ 9th ਦੇ ਵਿੱਚ ਪੜ੍ਹਿਆ ਆਵਰ ਐਕਟੀਵਿਟੀ, ਸਾਡੀਆਂ ਐਕਟੀਵਿਟੀਜ਼ ਇਨਵਾਇਰਮੈਂਟ ਨੂੰ ਪੋਲਿਊਟ ਕਰਦੀਆਂ ਨੇ। ਇਨ ਦਿਸ ਚੈਪਟਰ ਵੀ ਸ਼ੈਲ ਬੀ ਲੁਕਿੰਗ ਐਟ 2 ਆਫ ਦਾ ਇਨਵਾਇਰਮੈਂਟ ਪ੍ਰੋਬਲਮਸ। ਇਸ ਚੈਪਟਰ ਦੇ ਵਿੱਚ ਅਸੀਂ ਸਾਡੀਆਂ 2 ਇਨਵਾਇਰਮੈਂਟ ਪ੍ਰੋਬਲਮਸ ਦੀ ਉਹ ਮੇਨ ਤੁਹਾਨੂੰ ਨੌਲੇਜ ਦਊਗਾ, ਜਿਨ੍ਹਾਂ ਨਾਲ ਸਾਡਾ ਇਨਵਾਇਰਮੈਂਟ ਪੋਲਿਊਟ ਹੋ ਰਿਹਾ ਆ। ਉਹ 2 ਸਾਡੀਆਂ ਐਕਟੀਵਿਟੀਜ਼ ਕਰਕੇ ਸਾਡਾ ਇਨਵਾਇਰਮੈਂਟ ਪੋਲਿਊਟ ਹੋ ਰਿਹਾ ਹੈ। ਇੱਕ ਤਾਂ ਹੈਗੀ ਆ ਡਿਪਲੀਸ਼ਨ ਆਫ ਓਜ਼ੋਨ ਲੇਅਰ, ਦੂਜੀ ਹੈਗੀ ਆ ਵੇਸਟ ਡਿਸਪੋਜ਼ੇਬਲ। ਸੋ ਵੀ ਵਿਲ ਸਟਾਰਟ ਫਰੋਮ ਓਜ਼ੋਨ ਲੇਅਰ ਐਂਡ ਹਾਊ ਇਜ਼ ਗੈਟਿੰਗ ਡਿਪਲੀਟਡ। ਇਹ ਕੁਐਸਚਨਸ ਵੀ ਮੈਕਸੀਮਮ ਆਉਂਦਾ ਹੀ ਆਉਂਦਾ ਆ।
ਓਜ਼ੋਨ ਲੇਅਰ ਨੂੰ ਉਹਦਾ ਫਾਰਮੂਲਾ ਆ O3। ਇੱਕ ਇਹ ਮੋਲੀਕਿਊਲ ਆ ਜਿਹੜਾ ਬਣਦਾ ਆ 3 ਐਟਮਸ ਆਫ ਆਕਸੀਜਨ ਦੇ 3 ਐਟਮਸ ਨਾਲ। O2 ਆ ਜਿਹੜੀ ਆਕਸੀਜਨ ਆ, ਠੀਕ ਆ, ਜਿਹਨੂੰ ਅਸੀਂ ਆਕਸੀਜਨ ਕਹਿੰਦੇ ਆ, ਜਿਹਦੇ ਨਾਲ ਅਸੀਂ ਸਾਹ ਲੈਂਦੇ ਆ। ਉਸ ਆਕਸੀਜਨ ਦੇ ਨਾਲ, ਠੀਕ ਆ, O2 ਪੁੱਤਰ ਜੀ ਜਿਹੜੀ ਸਾਡੀ ਏਅਰ ਦੇ ਵਿੱਚ ਆਕਸੀਜਨ ਪਈ ਆ, ਉਹ ਤੇ ਜਦੋਂ UV ਸਨ ਰੇਜ਼ ਪੈਂਦੀਆਂ ਨੇ, ਅਲਟਰਾਵਾਇਲਟ ਰੇਟ, ਉਹ ਜਿਹੜੀ ਆਕਸੀਜਨ ਉਹਦੇ 2 ਮੋਲੀਕਿਊਲਸ ਨੇ ਉਹ ਟੁੱਟ ਕੇ ਸਿੰਗਲ ਮੋਲੀਕਿਊਲਸ ਬਣਾ ਦਿੰਦੇ ਨੇ। ਤੇ ਇਹ ਸਿੰਗਲ ਮੋਲੀਕਿਊਲ ਕੀ ਕਰਦਾ, ਫਿਰ ਜਿਹੜੀ ਏਅਰ ਦੇ ਵਿੱਚ ਬਾਕੀ ਦੀ ਆਕਸੀਜਨ ਆ ਉਹਦੇ ਨਾਲ ਜੁੜਦਾ ਤੇ ਜੁੜ ਕੇ ਓਜ਼ੋਨ O3 ਬਣਾ ਦਿੰਦਾ ਆ। ozone, this one is deadly poison। ਇਹ poison ਸਾਡੇ ਲਈ। however at the higher level of the atmosphere, ਕਿਉਂਕਿ ਇਹ ਐਟਮੋਸਫੀਅਰ ਦੇ ਬਹੁਤ ਉੱਚੇ ਲੈਵਲ ਤੇ ਪਈ ਆ, ਮਤਲਬ ਕਿ ਸਾਤੋਂ ਬਹੁਤ ਦੂਰ ਪਈ ਆ। so due to that it becomes it is function changed। ਹੁਣ ਸਾਡੇ ਲਈ ਪੋਇਜ਼ਨਸ ਨਾ ਹੋ ਕੇ ਸਾਡੇ ਲਈ ਪ੍ਰੋਟੈਕਸ਼ਨ ਦਾ ਕੰਮ ਹੋ ਗਿਆ, ਕਰਦੀ ਆ। ਇਟ ਸ਼ੀਲਡ ਦਾ ਸਰਫੇਸ ਆਫ ਅਰਥ, ਧਰਤੀ ਦੇ ਸਰਫੇਸ ਨੂੰ ਬਚਾਉਂਦੀ ਆ ਅਲਟਰਾ ਵਾਇਲਟ ਰੇਡੀਏਸ਼ਨ, ਜਿਹੜੀਆਂ ਸਨ ਦੀਆਂ UV ਰੇਜ਼ ਨੇ ਉਹਨਾਂ ਤੋਂ ਬਚਾਉਂਦੀ ਆ। ਇੱਕ ਤਰ੍ਹਾਂ ਦਾ ਫਿਲਟਰ ਲੱਗਿਆ ਹੋਇਆ ਜਿਹਦੇ ਵਿੱਚ ਦੀ UV ਰੇਡੀਏਸ਼ਨਸ ਧਰਤੀ 'ਤੇ ਨਹੀਂ ਆਉਂਦੀਆਂ। This radiation, if they come to the surface of earth, they cause many diseases like skin cancer and eye, ਅੱਖਾਂ ਦੀ ਪ੍ਰੋਬਲਮਸ, ਸਕਿਨ ਕੈਂਸਰਸ। ਜੇ ਇਹ UV ਰੇਡੀਏਸ਼ਨ ਧਰਤੀ 'ਤੇ ਆ ਜਾਣ ਤਾਂ ਕਰ ਸਕਦੀਆਂ ਨੇ, ਨੁਕਸਾਨ ਕਰ ਸਕਦੀਆਂ ਨੇ। ਇੱਕ ਤਾਂ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਆ ਕਿ ਓਜ਼ੋਨ ਕਿਸ ਤਰ੍ਹਾਂ ਬਣਦੀ, ਉਹਦਾ ਰਿਐਕਸ਼ਨ ਦੱਸੋ, ਅਤੇ ਓਜ਼ੋਨ ਦੀ ਕੀ ਕੰਮ ਆ, UV ਰੇਡੀਏਸ਼ਨਸ ਨੂੰ ਰੋਕਦੀ ਹੈ। ਵਟ ਇਜ਼ ਦਾ ਫੰਕਸ਼ਨ ਆਫ ਓਜ਼ੋਨ ਲੇਅਰ, ਸਮਝ ਗਏ। ਇਫ ਦੇयर ਇਜ਼ no ozone layer then ਵਟ ਆਰ ਦਾ ਪ੍ਰੋਬਲਮਸ ਕੀ ਨੇ ਤੁਹਾਡੇ ਕੋਲ? ਡਿਜ਼ੀਜ਼ ਨੇ, ਸਕਿਨ ਕੈਂਸਰ ਹੋ ਗਈ, ਹੋਰ ਕੀ ਹੋ ਗਿਆ ਤੁਹਾਡੇ ਕੋਲ? ਆਈਜ਼ ਦੀ ਪ੍ਰੋਬਲਮ ਹੋ ਗਈ, ਹੋਰ ਕੀ ਹੋ ਗਿਆ? UV ਰੇਡੀਏਸ਼ਨ ਨਾਲ ਧਰਤੀ ਦਾ ਟੈਂਪਰੇਚਰ ਬਹੁਤ ਵੱਧ ਜੂਗਾ। ਓਜ਼ੋਨ ਐਟ ਹਾਇਰ ਲੈਵਲ, ਐਟਮੋਸਫੀਅਰ ਦੇ ਹਾਇਰ ਲੈਵਲ 'ਤੇ ਆ, ਇਜ਼ ਏ ਪ੍ਰੋਡਕਟ ਆਫ UV ਰੇਡੀਏਸ਼ਨ ਐਕਟਿੰਗ ਔਨ ਆਕਸੀਜਨ। ਹੁਣ ਉੱਥੇ ਕੀ ਹੁੰਦੀਆਂ ਨੇ, ਹਾਇਰ ਲੈਵਲ ਹੋਣ ਕਰਕੇ ਆਕਸੀਜਨ ਦੇ ਨਾਲ, ਆਕਸੀਜਨ ਦੇ UV ਰੇਡੀਏਸ਼ਨ ਰਿਐਕਟ ਕਰਕੇ ਉਹਨੂੰ, ਆਕਸੀਜਨ ਨੂੰ 2 ਹਿੱਸਿਆਂ 'ਚ ਤੋੜ ਦਿੰਦੀਆਂ ਨੇ। ਉਹ ਇੱਕ ਨੇਸੈਂਟ ਆਕਸੀਜਨ ਦੂਸਰੀ ਆਕਸੀਜਨ ਮੋਲੀਕਿਊਲ ਦੇ ਨਾਲ ਮਿਲ ਕੇ ਓਜ਼ੋਨ ਬਣਾਈ ਜਾ ਰਹੀਆਂ ਨੇ। The higher energy UV radiation split molecular oxygen into free oxygen, molecular oxygen ਨੂੰ free oxygen 'ਚ ਤੋੜਦੀਆਂ ਨੇ ਤੇ ਉਹ free oxygen ਫਿਰ molecular oxygen ਨਾਲ ਮਿਲ ਕੇ ਓਜ਼ੋਨ ਬਣਾਈ ਜਾਂਦੀ ਆ। Amount of ozone in the atmosphere begins to drop, ਪਰ ਓਜ਼ੋਨ ਦੀ ਜਿਹੜੀ ਲੇਅਰ ਆ ਉਹ ਵੀ ਘਟਣੀ ਸ਼ੁਰੂ ਹੋ ਗਈ ਆ in 1918 ਦੇ ਵਿੱਚ। ਕਿਉਂ ਟੁੱਟਣੀ ਸ਼ੁਰੂ ਹੋ ਗਈ ਹੈ ਜਾਂ ਘਟਣੀ ਸ਼ੁਰੂ ਹੋ ਗਈ ਆ? This has been due to synthetic chemicals। ਕਿਹੜੇ ਕੈਮੀਕਲਸ ਨੇ? ਕਲੋਰੋਫਲੋਰੋਕਾਰਬਨਸ। ਇਹ ਵੀ ਕੁਐਸਚਨ ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛ ਲੈਂਦੇ ਨੇ। ਵਟ ਆਰ CFCs? ਕਲੋਰੋਫਲੋਰੋਕਾਰਬਨਸ। ਇਹ ਕੈਮੀਕਲਸ ਨੇ ਜਿਹੜੇ ਓਜ਼ੋਨ ਲੇਅਰ ਨੂੰ ਡਿਪਲੀਟ ਕਰਦੇ ਆ। ਇਹ ਕਿਹਦੇ 'ਚ ਪਾਏ ਜਾਂਦੇ? ਠੰਡੀਆਂ ਕਰਨ ਵਾਲੀਆਂ ਚੀਜ਼ਾਂ ਦੇ ਵਿੱਚ, ਰੈਫਰੀਜਰੇਟਰਸ ਦੇ ਵਿੱਚ ਹੋਣਗੇ, ACs ਦੇ ਵਿੱਚ ਹੋਣਗੇ, ਫਾਇਰ ਐਸਟਿੰਗੁਇਸ਼ਰਸ ਦੇ ਵਿੱਚ ਨੇ, ਸ਼ੇਵਿੰਗ ਕਰੀਮਸ ਦੇ ਵਿੱਚ ਨੇ। In 1987 ਦੇ ਵਿੱਚ ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਪ੍ਰੋਗਰਾਮ succeed in foregoing an agreement to freeze CFC production at 1986 ਲੈਵਲ। ਕਹਿੰਦੇ 1987 ਦੇ ਵਿੱਚ ਯੂਨਾਈਟਿਡ ਨੈਸ਼ਨਲ ਇਨਵਾਇਰਨਮੈਂਟ ਪ੍ਰੋਗਰਾਮਸ ਨੇ ਇੱਕ ਐਗਰੀਮੈਂਟ ਤਿਆਰ ਕੀਤਾ। ਉਸ ਐਗਰੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ CFC ਜਿੰਨਾਂ ਚੀਜ਼ਾਂ 'ਚ ਪੈਂਦੀ ਆ ਉਸ ਨੂੰ, ਉਸ ਦੇ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਘਟਾਇਆ ਜਾਵੇ। ਰੈਫਰੀਜਰੇਟਰ 'ਚ ਪੈਂਦੀ ਆ, ACs 'ਚ ਪੈਂਦੀ ਆ, ਸ਼ੇਵਿੰਗ ਕਰੀਮਸ 'ਚ ਪੈਂਦੀ ਆ। ਇਹ ਪ੍ਰੋਬਲਮ ਆ ਜਿਹਦੇ ਕਰਕੇ ਸਾਡਾ ਇਨਵਾਇਰਨਮੈਂਟ ਪੋਲਿਊਟ ਹੋ ਰਿਹਾ ਆ। ਨੈਕਸਟ ਵਨ ਇਜ਼ ਮੈਨੇਜਿੰਗ ਦਾ ਗਾਰਬੇਜ ਵੀ ਪ੍ਰੋਡਿਊਸ। ਜਿਹੜਾ ਗਾਰਬੇਜ ਅਸੀਂ ਪੈਦਾ ਕਰਦੇ ਹਾਂ ਅਸੀਂ ਉਹਨੂੰ ਕਿਵੇਂ ਮੈਨੇਜ ਕਰੀਏ, ਨਹੀਂ ਉਹ ਵੀ ਸਾਡੇ ਇਨਵਾਇਰਨਮੈਂਟ ਨੂੰ ਪੋਲਿਊਟ ਕਰ ਰਿਹਾ ਆ। ਤੁਸੀਂ ਕੋਈ ਸ਼ਹਿਰ ਦੇਖੋ ਜਾਂ ਕੋਈ ਟਾਊਨ ਦੇਖੋ, ਤੁਹਾਨੂੰ ਉਹਦੇ ਬਾਹਰ ਹੀ ਹੀਪਸ ਆਫ ਗਾਰਬੇਜ ਦੇ ਢੇਰ ਲੱਗੇ ਹੋਏ ਮਿਲਣਗੇ ਆਲ ਓਵਰ ਦਾ ਪਲੇਸ।
ਐਨੀ ਵਿਜ਼ਿਟ ਐਨੀ ਪਲੇਸ ਆਫ ਟੂਰਿਸਟ ਇੰਟਰਸਟ, ਜਿੱਥੇ ਟੂਰਿਸਟ ਜਾਂਦੇ ਨੇ ਉਹ ਵੀ ਜਗ੍ਹਾ ਦੇਖ ਲਓ, ਉਹ ਵੀ ਪਲੇਸ ਤੁਹਾਨੂੰ ਉੱਥੇ ਵੀ ਤੁਹਾਨੂੰ ਫੂਡ ਰੈਪਰਸ, ਖਾਲੀ ਐਮਟੀ ਫੂਡ ਰੈਪਰਸ ਮਿਲਣਗੇ। ਮਤਲਬ ਧਰਤੀ ਨੂੰ, ਲੈਂਡ ਨੂੰ ਅਸੀਂ ਇਹੀ ਸੋਚ ਲਿਆ ਵੀ ਇਹ ਸਾਡੇ ਲਈ ਜਾਂ ਹੋਰ ਕਿਸੇ ਲਈ ਹੈ ਹੀ ਨਹੀਂ, ਜਿੱਥੇ ਜੀ ਕਰੋ ਗੰਦ ਪਾਵੋ। ਇਨ ਦ ਅਰਲੀਅਰ ਕਲਾਸਿਸ ਵੀ ਹੈਵ ਟਾਕ ਦਿਸ ਪ੍ਰੋਬਲਮ ਬਾਈ ਡੀਲਿੰਗ, ਅਸੀਂ ਅਗਲੀਆਂ ਕਲਾਸਾਂ, ਛੋਟੀਆਂ ਕਲਾਸਾਂ ਤੋਂ ਹੀ ਤੁਹਾਨੂੰ ਸਿਖਾਉਂਦੇ ਆਉਂਦੇ ਹਾਂ ਕਿ ਗਾਰਬੇਜ ਨੂੰ ਅਸੀਂ ਕਿਸ ਤਰ੍ਹਾਂ ਘਟਾਉਣਾ, ਕਿਸ ਤਰ੍ਹਾਂ ਗਾਰਬੇਜ ਨੂੰ ਅਸੀਂ ਘੱਟ ਕਰ ਸਕਦੇ ਹਾਂ। ਬਟ ਇਨ ਆਵਰ ਲਾਈਫ ਸਟਾਈਲ ਹੈਵ ਰਿਜ਼ਲਟਡ ਇਨ ਗ੍ਰੇਟਰ ਅਮਾਊਂਟ ਆਫ ਵੇਸਟ ਮਟੀਰੀਅਲ, ਪਰ ਜਿਹੜੀ ਸਾਡਾ ਲਾਈਫ ਸਟਾਈਲ ਹੁਣ ਇੰਪਰੂਵ ਹੋ ਗਿਆ, ਇਹਦੇ 'ਚ ਅਸੀਂ ਬਹੁਤ ਜ਼ਿਆਦਾ ਵੇਸਟ ਮਟੀਰੀਅਲ ਪੈਦਾ ਕਰਦੇ ਹਾਂ। ਕੱਲਾ ਕਿਚਨ ਦਾ ਵੇਸਟ ਨਹੀਂ, ਪਲਾਸਟਿਕ ਵੇਸਟ, ਕਿਚਨ ਵੇਸਟ ਆ ਜਿਹੜਾ ਖ਼ਤਮ ਹੋ ਜਾਂਦਾ ਆ, ਪਲਾਸਟਿਕ, ਐਮਪਟੀ ਬੋਟਲਸ, ਕੇਨਸ, ਉਸ ਤੋਂ ਬਿਨਾਂ ਸਾਡੇ ਕੋਲ ਈ ਵੇਸਟ ਬਹੁਤ ਹੋਣ ਲੱਗ ਗਿਆ, ਜਿਹਨੂੰ ਅਸੀਂ ਇਲੈਕਟ੍ਰੋਨਿਕ ਵੇਸਟ ਕਹਿੰਦੇ ਹਾਂ। ਮੋਬਾਈਲ ਫੋਨ ਹਰ ਇੱਕ ਦੇ ਘਰੇ 3-4 ਪਏ ਹੀ ਹੋਣਗੇ ਖਰਾਬ, ਜਦ ਕਿ ਉਹ ਕਦੇ ਠੀਕ ਨਹੀਂ ਹੋਣੇ, ਯੂਜ਼ ਨਹੀਂ ਹੋਣੇ। ਮੰਮਾ ਉਹਨਾਂ ਨੇ ਤਾਂ ਰੱਖਿਆ ਵੀ ਕਿਤੇ ਲੋੜ ਪੈ ਗਈ, ਪਰ ਉਹ ਕਿਤੇ ਨਹੀਂ ਯੂਜ਼ ਹੋਣੇ, ਉਹ ਹਰ ਇੱਕ ਦੇ ਘਰੇ ਖਰਾਬ 3-4 ਫੋਨ ਪਏ ਹੀ ਹੋਣਗੇ। ਜੇ ਅਸੀਂ ਕਿਤੇ ਨੂੰ ਦੇ ਦਈਏ ਉਹਨੂੰ, ਤਾਂ ਉਹਦੇ 'ਚੋਂ ਅੱਛਾ ਮਟੀਰੀਅਲ ਨੂੰ ਰੀਸਾਈਕਲ ਕਰਕੇ ਮੁੜ ਕੇ ਨਵਾਂ ਬਣ ਜਾਂਦਾ ਆ। ਚੇਂਜਸ ਇਨ ਐਟੀਟਿਊਡ ਆਲਸੋ ਹੈਵ ਅ ਪਲੇ ਅ ਰੋਲ, ਤਾਂ ਸਾਡੇ ਐਟੀਟਿਊਡ ਨੇ ਵੀ ਇਹਦੇ 'ਚ ਇੱਕ ਰੋਲ ਪਲੇ ਕੀਤਾ ਆ ਵੇਸਟ ਨੂੰ ਵਧਾਉਣ ਦੇ ਲਈ। ਅਸੀਂ ਉਸ ਤਰ੍ਹਾਂ ਦੀਆਂ ਜ਼ਿਆਦਾ ਚੀਜ਼ਾਂ ਯੂਜ਼ ਕਰਨ ਲੱਗ ਗਏ ਜਿਹੜੀਆਂ ਮੁੜ ਕੇ ਡਿਸਪੋਜ਼ੇਬਲ ਨੇ, ਸਿੱਟ ਦਿਓ ਥੋੜ੍ਹੇ ਸਮੇਂ ਬਾਅਦ। ਚੇਂਜਸ ਇਨ ਪੈਕਿੰਗ ਹੈਵ ਰਿਜ਼ਲਟਡ ਇਨ ਮਚ ਆਫ ਅਵਰ ਵੇਸਟ, ਹੁਣ ਚੀਜ਼ਾਂ ਪੈਕਿੰਗ ਆਉਣ ਲੱਗ ਗਈਆਂ, ਪੈਕਡ ਆਉਣ ਲੱਗ ਗਈਆਂ, ਉਹਦੇ ਨਾਲ ਹੋਰ ਵੇਸਟ ਤਿਆਰ ਹੋ ਗਿਆ। ਅਤੇ ਜਿਹੜਾ ਇਹ ਵੇਸਟ ਆ ਦੈਟ ਇਜ਼ ਨੋਨ ਬਾਇਓਡੀਗ੍ਰੇਬਲ। ਨੋਨ ਬਾਇਓਡੀਗ੍ਰੇਬਲ ਮੀਨਸ ਦੈਟ ਕੈਨ ਨਾਟ ਬੀ ਬਾਇਓਡੀਗ੍ਰੇਬਲ ਬਾਏ ਮਾਈਕਰੋ ਆਰਗੈਨਿਜ਼ਮ। ਬਾਇਓਡੀਗ੍ਰੇਬਲ ਮੀਨ ਡੀਕੰਪੋਜ਼ਡ, the waste that cannot be decomposed by microorganism, ਜਿਹਨੂੰ ਮਾਈਕਰੋ ਆਰਗੈਨਿਜ਼ਮ ਡੀਕੰਪੋਜ਼ ਮੀਨਸ ਹੋ ਗਿਆ ਖ਼ਤਮ ਹੀ ਨਹੀਂ ਕਰ ਸਕਦੇ, ਉਹਨੂੰ ਅਸੀਂ ਨੋਨ ਬਾਇਓਡੀਗ੍ਰੇਬਲ ਕਹਿੰਦੇ ਹਾਂ, ਜਿਹਦੇ 'ਚ ਥੋੜ੍ਹਾ ਪਲਾਸਟਿਕ ਵਗੈਰਾ ਆਉਂਦਾ ਆ। ਠੀਕ ਆ, ਅਤੇ ਸਾਨੂੰ ਹਮੇਸ਼ਾ ਟਰਾਈ ਕਰਨੀ ਚਾਹੀਦੀ ਆ ਇਸ ਤਰ੍ਹਾਂ ਦਾ ਯੂਜ਼ ਕਰੋ, ਵੇਸਟ ਪੈਦਾ ਕਰੋ ਜਿਹੜਾ ਬਾਇਓਡੀਗ੍ਰੇਬਲ ਹੋਵੇ। ਮੀਨਸ ਕਿ ਜੇ ਤੁਸੀਂ ਬਾਹਰ ਜਾਂਦੇ ਹੋ ਕਿਤੇ, ਤਾਂ ਜ਼ਿਆਦਾ ਤੋਂ ਜ਼ਿਆਦਾ ਟਰਾਈ ਕਰੋ ਕਿ ਤੁਸੀਂ ਪਲਾਸਟਿਕ ਪੋਲੀਥੀਨ ਬਾਹਰੋਂ ਘਰ ਲਿਆਉਣ ਦੀ ਜਗ੍ਹਾ ਦੇ ਉੱਤੇ ਕੀ ਕਰੋ, ਆਪਣੇ ਘਰ ਦਾ ਚਾਹੇ ਤਾਂ ਤੁਸੀਂ ਕਲੋਥ ਬੈਗ ਲੈ ਜਾਓ ਜਾਂ ਜੂਟ ਬੈਗ ਬਾਹਰ ਲੈ ਕੇ ਜਾਵੋ। ਜਿੰਨਾ ਵੇਸਟ ਤੁਹਾਡੇ ਘਰੇ ਆਊਗਾ, ਮੰਮਾ ਜੇ ਬਾਜ਼ਾਰ ਜਾਂਦੇ ਆ ਨਾ, ਇੱਕ ਲਿਫਾਫਾ ਨਹੀਂ ਭਾਈ 10 ਹੋਰ ਦੇ ਕੰਮ ਆ ਜਾਣਗੇ। ਕੀ ਕੰਮ ਆਉਣੇ ਆ ਉਹ? ਬਲੈਕ ਕਲਰ ਦਾ ਪੋਲੀਥੀਨ ਕੈਂਸਰ ਕਰਦਾ ਜੇ ਉਹਦੇ 'ਚ ਤੁਸੀਂ ਕੋਈ ਚੀਜ਼ ਪਾ ਕੇ ਰੱਖਦੇ ਹੋ। ਕਿਉਂ? ਕਿਉਂਕਿ ਉਹ ਪਤਾ ਨਹੀਂ ਕਿੰਨੇ ਕੁ ਲਿਫਾਫਿਆਂ ਨੂੰ ਮਿਕਸ ਕਰਕੇ ਬਣਾਇਆ ਹੋਇਆ ਬਲੈਕ ਕਲਰ। ਐਂਡ ਨੰਬਰ 1 ਐਂਡ ਨੰਬਰ 2, ਪੋਲੀਥੀਨ ਦੇ ਜਿਹੜੇ ਅਸੀਂ ਜਿਨ੍ਹਾਂ ਦੇ ਵਿੱਚ ਫਰੂਟਸ ਲੈ ਕੇ ਆਉਂਦੇ ਹਾਂ, ਕਿੱਥੋਂ ਬਣੇ ਹੋਏ ਆ ਉਹ ਬਈ? ਉਹ ਪਲਾਸਟਿਕ ਆਇਆ ਕਿੱਥੋਂ ਹੋਇਆ? ਤੁਹਾਡੀਆਂ ਰੂੜੀਆਂ 'ਤੇ ਜਿਹੜਾ ਤੁਸੀਂ ਯੂਜ਼ ਕਰਕੇ ਸੁੱਟਿਆ ਹੋਇਆ। ਦੇਖਿਆ ਨਾ, ਉਹ ਰੈਗ ਪਿੱਕਰ ਚੱਕਦੇ ਫਿਰਦੇ ਹੁੰਦੇ ਆ ਰੂੜੀਆਂ ਤੋਂ, ਉਹ ਅੱਗੇ ਕਿੱਥੇ ਭੇਜ ਦਿੰਦੇ ਆ? ਇੰਡਸਟਰੀਆਂ 'ਚ। ਇੰਡਸਟਰੀ ਵਾਲੇ ਉਹਨੂੰ ਮੈਲਟ ਕਰਕੇ ਮੁੜ ਕੇ ਫਿਰ ਪੋਲੀਥੀਨ ਬਣਾ ਕੇ ਭੇਜ ਦਿੰਦੇ ਆ। ਪਲਾਸਟਿਕ ਮੈਲਟ ਕਰਤੀ ਬੋਟਲ, ਉਹਦਾ ਪੋਲੀਥੀਨ ਬਣਾ ਕੇ ਭੇਜਤਾ, ਉਹਨਾਂ 'ਚ ਅਸੀਂ ਫਰੂਟ ਖਾ ਕੇ ਖਾਂਦੇ ਹਾਂ। ਅਤੇ ਜੇ ਕਿਤੇ ਨਾਲੀ ਵਗੈਰਾ 'ਚ ਫਸ ਗਏ ਨੇ, ਨਾਲ ਵੱਡੇ ਵੱਡੇ ਨਾਲਿਆਂ 'ਚ ਫਸ ਗਏ, ਉਹਨਾਂ ਨੂੰ ਚੋਕ ਕਰ ਦਿੰਦੇ ਨੇ, ਪਾਣੀ ਰੋਕ ਦਿੰਦੇ ਨੇ, ਪਾਣੀ ਫਿਰ ਸਾਡਾ ਸਾਰਾ ਸੜਕ 'ਤੇ ਫਿਰਦਾ ਆ। ਸੋ ਤੁਹਾਡੀ ਜਨਰੇਸ਼ਨ ਆ ਜਿਹਨੇ ਇਹ ਹੁਣ ਆਉਣ ਵਾਲੀ, ਜਿਹਨੇ ਇਹ ਪਲਾਸਟਿਕ ਨੂੰ ਰੋਕਣਾ ਆ। ਇਹ ਪਲਾਸਟਿਕ ਆ ਜਿਹੜਾ ਸਾਡਾ ਮੇਨ ਕੈਂਸਰ ਦਾ ਰੀਜ਼ਨ ਬਣ ਰਿਹਾ। ਇਹਨੂੰ ਬਣਾਉਣ ਲਈ ਫੈਕਟਰੀਆਂ 'ਚ ਬਹੁਤ ਕੈਮੀਕਲਸ ਪਾਉਂਦੀਆਂ ਨੇ, ਅਲੱਗ-ਅਲੱਗ ਕਲਰਸ ਦੇ, ਵਾਈਟ, ਗਰੀਨ, ਯੈਲੋ, ਉਹ ਧਰਤੀ 'ਚ ਸਿੱਟੀ ਜਾਂਦੀਆਂ ਨੇ, ਪਾਣੀ ਗੰਦਾ ਕਰਦੀਆਂ ਨੇ। ਮੀਨਸ ਕਿ ਜਿੰਨੇ ਅਸੀਂ ਮਾਡਰਨ ਬਣਾਂਗੇ ਉਹਨਾਂ ਅਸੀਂ ਧਰਤੀ ਨੂੰ ਪਲਿਊਟ ਕਰੀ ਜਾਂਦੇ ਹਾਂ, ਅਤੇ ਆਉਣ ਵਾਲੇ 20 ਸਾਲਾਂ 'ਚ ਧਰਤੀ ਰਹਿਣ ਵਾਲੀ ਨਹੀਂ ਬਚਣੀ। So we have to change our behavior. This is all about your chapter. Thanks.